ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਅੱਜ ਸਭ ਪਾਰਟੀਆਂ ਦੇ ਨੁਮਾਇੰਦਾ ਵੱਲੋਂ ਲੋਕ ਪ੍ਰਚਾਰ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਹਰਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਮੁੱਖ ਚੋਣ ਦਫ਼ਤਰ ਅਕਾਲੀ ਦਲ ਤੇ ਬਸਪਾ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਜਿਸ ਉਪਰੰਤ ਬੰਟੀ ਰੋਮਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਜਿੱਤ ਪੱਕੀ ਹੈ ਅਤੇ ਪਿੰਡਾਂ ਦੇ ਲੋਕ ਬਾਦਲ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਵੱਧ ਚੜ ਇਸ ਪਾਰਟੀ ਵਿੱਚ ਆਉਣ ਨੂੰ ਪਹਿਲ ਦੇ ਰਹੇ ਹਨ। ਨਾਲ ਹੀ ਉਹਨਾਂ ਕਿਹਾ ਕਿ ਫਰੀਦਕੋਟ ਵਾਸਤੇ ਅਲੱਗ ਤੋਂ ਚੋਣ ਮੈਨੀਫੈਸਟੋ ਲੈ ਕੇ ਆ ਰਹੇ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਉਹ ਪਿੰਡ ਦੇ ਲੋਕਾਂ ਨਾਲ, ਸ਼ਹਿਰ ਦੇ ਲੋਕਾਂ ਨਾਲ, ਹਰ ਵਰਗ ਨਾਲ ਗੱਲਬਾਤ ਕਰਕੇ ਲੋਕਾਂ ਦੇ ਸਾਹਮਣੇ ਰੱਖਣਗੇ। ਫਰੀਦਕੋਟ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ, ਲਾਈਵ ਭਾਰਤ। ਅੱਜ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਮੁੱਖ ਚੋਣ ਦਫ਼ਤਰ ਹੈ ਉਹਦਾ ਉਦਘਾਟਨ ਹੋਇਆ। ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਜੀ, ਸਤੀਸ਼ ਗਰੋਵਰ ਜੀ ਸਾਡੇ ਪ੍ਰਧਾਨ ਸਾਹਿਬ, ਬਾਈ ਰਾਈਆਂ ਵਾਲਾ ਸਾਹਿਬ, ਗਿੱਲ ਸਾਹਿਬ ਆਪਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋਣ ਦੇ ਬਾਵਜੂਦ ਵੀ ਇੱਥੇ ਗੱਡੀ 'ਚ ਆਏ, ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਹਰ ਇੱਕ ਵਰਕਰ ਦੀ, ਹਰ ਇੱਕ ਆਗੂ ਦੀ ਕਮਿਟਮੈਂਟ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਹਨਾਂ ਨੂੰ ਵਿਚਾਰਿਆਂ ਨੂੰ ਹੱਥ ਨਾਲ ਖੜੇ ਹੋ ਕੇ ਬਿਠਾਉਂਦੇ ਆ, ਪਾਉਂਦੇ ਆ, ਬਟ ਹੀ ਸਟਿਲ ਇੱਥੋਂ ਤੱਕ ਪਹੁੰਚੇ ਆਏ। ਉਹ ਸਰਦਾਰ ਕੁਲਦੀਪ ਸਿੰਘ ਜੀ BSP ਦੇ ਪ੍ਰਧਾਨ ਸਾਹਿਬ, ਚੌਹਾਨ ਸਾਹਿਬ, ਬਾਈ ਮੱਘਰ ਸਿੰਘ ਜੀ, ਸਾਰੀ ਸਮੁੱਚੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਅੱਜ ਇੱਥੇ ਹਾਜ਼ਰ ਹੈ। ਸਭ ਦਾ ਧੰਨਵਾਦ ਕਰਦਾ ਤੇ ਸਭ ਦੇ ਹੌਸਲੇ ਬੜੇ ਬੁਲੰਦ ਹੈ, ਕਿਉਂਕਿ ਗੁਰੂ ਦੀ ਬੜੀ ਕਿਰਪਾ ਹੋ ਰਹੀ ਹੈ। ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਅਰਦਾਸ ਉਪਰੰਤ ਦਫ਼ਤਰ ਦਾ ਉਦਘਾਟਨ ਹੋਇਆ। ਸਭ ਦੇ ਹੌਸਲੇ ਬੜੇ ਬੁਲੰਦ ਹੈ, ਕਿਉਂਕਿ ਜਿਸ ਤਰ੍ਹਾਂ ਦਾ ਰਿਸਪੌਂਸ ਪਿੰਡਾਂ ਤੋਂ ਤੇ ਸ਼ਹਿਰਾਂ 'ਚੋਂ ਸਾਨੂੰ ਮਿਲ ਰਿਹਾ ਹੈ, ਮੈਨੂੰ ਲੱਗਦਾ ਲੋਕਾਂ ਨੇ ਵਿਰੋਧੀ ਪਾਰਟੀਆਂ ਦੀ ਚਰਚਾ ਕਰਨੀ ਬੰਦ ਕਰਤੀ ਹੈ। ਕੌਣ ਕੰਪੀਟੀਸ਼ਨ 'ਚ ਹੈ, ਕੌਣ ਕੰਪੀਟੀਸ਼ਨ 'ਚ ਨਹੀਂ ਹੈ, ਇੱਕ ਚਰਚਾ ਦਾ ਵਿਸ਼ਾ ਹੀ ਨਹੀਂ ਰਿਹਾ। ਅੱਜ ਹਾਲਾਤ ਇਹ ਬਣ ਗਏ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟਸ ਦੀ ਚਰਚਾ ਹੋ ਰਹੀ ਹੈ। ਇੱਕ ਹਵਾ, ਇੱਕ ਹਨੇਰੀ ਬਣ ਗਈ ਹੈ। ਪਿਛਲੇ ਦਿਨਾਂ ਤੋਂ, ਜਿਸ ਦਿਨ ਤੋਂ ਕੋਡ ਆਫ ਕੰਡਕਟ ਲੱਗਿਆ ਉਸ ਦਿਨ ਤੋਂ ਸ਼ੁਰੂ ਹੋਇਆ, ਅੱਜ ਤੱਕ ਫਾਰਮਲ ਪਿੰਡਾਂ ਦਾ ਜਾਂ ਸ਼ਹਿਰ ਦਾ ਟੂਰ ਪ੍ਰੋਗਰਾਮ ਮੈਂ ਸ਼ੁਰੂ ਨਹੀਂ ਕਰ ਸਕਿਆ, ਕਿਉਂਕਿ ਇੰਨੀ ਵੱਡੀ ਗਿਣਤੀ 'ਚ ਪਿੰਡਾਂ 'ਚੋਂ ਤੇ ਸ਼ਹਿਰਾਂ 'ਚੋਂ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹੈ। ਵੱਡੇ ਧੜੇ ਕਿਤੇ ਸਾਰੀਆਂ ਮੌਜੂਦਾ ਪੰਚਾਇਤਾਂ ਜੁੜ ਰਹੀਆਂ, ਮੌਜੂਦਾ ਮੈਂਬਰ ਸਾਹਿਬਾਨ, ਸਾਬਕਾ ਸਰਪੰਚ, ਸਾਬਕਾ ਪੰਚ, ਕੋਈ ਨੰਬਰਦਾਰ, ਕੋਈ ਪਿੰਡ ਦੇ ਵੱਡੇ ਧੜੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰ੍ਹਾਂ ਦਾ ਹੁਲਾਰਾ ਮਿਲ ਰਿਹਾ, ਮਤਲਬ ਰਿਕਾਰਡ ਤੋੜ ਲੀਡ ਇਸ ਹਲਕੇ 'ਚੋਂ ਐਤਕੀ ਸ਼੍ਰੋਮਣੀ ਅਕਾਲੀ ਦਲ ਦੀ ਆਉਣੀ ਹੈ। ਤੇ ਇਹੀ ਹਾਲਾਤ, ਕਿਉਂਕਿ ਆਸੇ-ਪਾਸੇ ਵੀ ਮੈਂ ਪਤਾ ਕਰ ਰਿਹਾ, ਇਹੀ ਹਾਲਾਤ ਸਮੁੱਚੇ ਪੰਜਾਬ 'ਚ ਬਣ ਚੁੱਕੇ ਹੈ। ਇੱਕ ਹਨੇਰੀ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਵਗ ਰਹੀ ਹੈ। 80 ਤੋਂ ਉੱਪਰ ਸੀਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਸਰਕਾਰ ਬਣਾਏਗੀ ਤੇ ਇਹ 5 ਸਾਲ ਦਾ ਜਿਹੜਾ ਮਾੜਾ ਸ਼ਾਸਨ, ਲੁੱਟ ਤੇ ਕੁੱਟ ਦੀ ਕਹਾਣੀ, ਇਹ ਖਤਮ ਹੋਏਗੀ ਤੇ ਬਣਦੇ ਸਾਰ ਜਿੱਥੇ ਲੋਕ ਪੱਖੀ ਸਰਕਾਰ, ਲੋਕਾਂ ਦੇ ਡਿਵੈਲਪਮੈਂਟ ਦੇ ਕੰਮ ਦੁਬਾਰਾ ਸ਼ੁਰੂ ਹੋਣਗੇ, ਪੰਜਾਬ ਨੂੰ ਫਿਰ ਤਰੱਕੀ ਦੀਆਂ ਲੀਹਾਂ ਤੇ ਚਾੜਿਆ ਜਾਊਗਾ। ਜਿੱਥੇ ਲੋਕ ਪੱਖੀ ਸਕੀਮਾਂ, ਲੋਕ ਭਲਾਈ ਸਕੀਮਾਂ ਜਿਹੜੀਆਂ ਬਾਦਲ ਸਾਹਿਬ ਨੇ ਗਰੀਬ ਭੈਣ ਭਰਾਵਾਂ ਵਾਸਤੇ ਸ਼ੁਰੂ ਕੀਤੀਆਂ ਸੀ, ਉਹ ਸ਼ੁਰੂ ਕੀਤੀਆਂ ਜਾਣਗੀਆਂ। ਕਿਸਾਨਾਂ ਵਾਸਤੇ ਹਮੇਸ਼ਾ ਬਾਦਲ ਸਾਹਿਬ ਨੇ ਤੇ ਅਕਾਲੀ ਦਲ ਨੇ ਲੜਾਈ ਲੜੀ ਹੈ, ਉੱਥੇ ਨਵੀਆਂ ਸਕੀਮਾਂ ਆਉਣਗੀਆਂ। ਵਪਾਰੀਆਂ ਵਾਸਤੇ ਨਵੀਆਂ ਸਕੀਮਾਂ ਆਉਣਗੀਆਂ ਤੇ EMPLOYEES ਦੇ ਜਿਹੜੇ ਹੱਕ 5 ਸਾਲ ਇਸ ਸਰਕਾਰ ਨੇ ਮਾਰੇ ਹੈ, ਉਹਨਾਂ ਨੂੰ ਵੀ ਇਨਸਾਫ ਦਿੱਤਾ ਜਾਊਗਾ। ਉੱਥੇ ਜਿਹੜੇ ਇਸ 5 ਸਾਲਾਂ 'ਚ ਲੁੱਟ ਹੋਈ ਹੈ ਪੰਜਾਬ ਦੇ ਵਸੀਲਿਆਂ ਦੀ, ਕਾਂਗਰਸ ਦੇ ਮੰਤਰੀਆਂ, MLAਆਂ ਤੇ ਮੁੱਖ ਮੰਤਰੀ ਵੱਲੋਂ, ਅੱਜ ਮੁੱਖ ਮੰਤਰੀ ਕਾਂਗਰਸ ਪਾਰਟੀ ਦਾ ED ਦੀ ਰੇਡ ਹੁੰਦੀ ਹੈ, ਉਹਦੇ ਭਾਂਜੇ ਦੇ ਘਰੋਂ 10 ਕਰੋੜ ਰੁਪਈਆ ਨਗਦੀ, 12 ਲੱਖ ਦੀ ਘੜੀ ਮਿਲਦੀ ਹੈ। ਮੈਨੂੰ ਦੱਸ ਦੇ ਕਿਹੜਾ ਟਾਟੇ ਨਾਲੇ ਦੀ ਪਿੱਠ ਲੱਗਦੀ ਹੈ ਕਿ ਇਹਦੇ ਕੋਲ ਇਹ ਰਕਮ ਮਿਲੀ। ਮੁੱਖ ਮੰਤਰੀ ਇਹ ਗੱਲ ਕਰਦਾ ਕਿ ਇਹ ਬਦਲਾਖੋਰੀ ਦੀ ਨੀਤੀ ਨਾਲ ਰੇਡ ਕੀਤੀ ਗਈ ਹੈ। ਮੈਂ ਮੁੱਖ ਮੰਤਰੀ ਨੂੰ ਇਹ ਪੁੱਛਣਾ ਚਾਹੁੰਦਾ ਹੈ, ਬਦਲਾਖੋਰੀ ਦੀ ਨੀਤੀ ਨਾਲ ਰੇਡ ਤੇਰੀ ਗੱਲ ਜੇ ਅਸੀਂ ਮੰਨ ਵੀ ਲਈਏ, 10 ਕਰੋੜ ਰੁਪਈਆ ਕੌਣ ਰੱਖ ਗਿਆ ਉੱਥੇ? 12 ਲੱਖ ਦੀ ਘੜੀ ਤੇਰੇ ਭਾਂਜੇ ਦੇ ਗੁੱਟ ਤੋਂ ਕਿੱਥੋਂ ਮਿਲ ਗਈ? ਕੀ ਉਹਦੀ ਕਾਰਗੁਜ਼ਾਰੀ ਹੈ? ਉਹਦੀ ਜਿਹੜੀ ਫਰਮ ਹੈ ਜਿੱਥੋਂ ਇਹ ਪੈਸਾ ਮਿਲਿਆ, ਉਸ ਫਰਮ ਦੀ ਪਿਛਲੇ ਸਾਲ ਦੀ ਆਡਿਟ ਰਿਪੋਰਟ ਕੱਲ ਅਖਬਾਰ 'ਚ ਛਪੀ ਹੈ। ਟੋਟਲ ਉਸ ਜਿਹੜੀ ਉਹਦੀ ਫਰਮ ਹੈ, ਉਹਦੀ ਵਰਥ, ਉਹਦੀ ਕੀਮਤ 21 ਲੱਖ ਰੁਪਈਆ ਹੈ।
ਰੈਵਨਿਊ ਨਹੀਂ ਮੈਂ ਕਹਿ ਰਿਹਾ, ਕੀਮਤ ਟੋਟਲ। ਜਿਸ ਫਰਮ ਦੀ ਕੀਮਤ 21 ਲੱਖ ਰੁਪਈਆ ਹੋਵੇ ਜਾਂ ਉਹਦੀ ਵੈਲਿਊਏਸ਼ਨ 21 ਲੱਖ ਰੁਪਈਆ ਹੋਵੇ, ਉਹਦੇ ਤੋਂ 10 ਕਰੋੜ ਰੁਪਈਆ ਨਗਦ ਮਿਲਣਾ, ਕਿਸੇ ਨੇ ਉਹ ਹਨੀਪ੍ਰੀਤ ਹੈ ਕੀ ਨਾ ਉਹ ਜਿਹੜਾ ਮੁੰਡਾ ਹੈ, ਉਹਨੂੰ ਨਹੀਂ ਪੈਸੇ ਦੇ ਕੇ ਗਿਆ ਕੋਈ, ਉਹ ਚੰਨੀ ਦੇ ਪੈਸੇ ਹੈ ਤੇ ਉਹ ਸੀ ਵੀ ਮਗਰਲੇ 3-4 ਦਿਨਾਂ ਦੇ, ਕਿਉਂਕਿ ਹਰ ਹਫਤੇ ਕਾਂਗਰਸ ਦੀ ਹਾਈ ਕਮਾਂਡ ਨੂੰ ਉਹ ਪੈਸਾ ਜਾਂਦਾ। ਸੋ ਮੈਂ ਇਹ ਕਹਿਣਾ ਚਾਹੁੰਦਾ, ਜਿੰਨੀ ਲੁੱਟ ਦੀ ਕਹਾਣੀ ਇਹ 5 ਸਾਲਾਂ 'ਚ ਕਾਂਗਰਸੀਆਂ ਨੇ ਕੀਤੀ ਹੈ, ਜਿਹੜੇ MLA ਮੰਤਰੀ ਸ਼ਾਮਲ ਹੋਣਗੇ, ਜਿਹੜੇ ਅਫਸਰਾਂ ਨੇ ਇਹਨਾਂ ਨਾਲ ਰਲ ਕੇ ਕੀਤਾ, ਉਹਨਾਂ ਦੀ ਵਿਜੀਲੈਂਸ ਦੀ ਇਨਕੁਆਇਰੀ ਬਿਠਾਈ ਜਾਊਗੀ ਤੇ ਜੇਲ੍ਹਾਂ ਦੇ ਅੰਦਰ ਡੱਕੇ ਜਾਣਗੇ। ਪੰਜਾਬ ਦੇ ਵਿੱਚ ਇੱਕ ਵਧੀਆ ਸ਼ਾਸਨ ਦੇਵਾਂਗੇ। ਸਰ, ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੁਕਾਬਲਾ ਕਿਸ ਪਾਰਟੀ ਨਾਲ ਹੋਵੇਗਾ? ਤੁਹਾਨੂੰ ਮੈਂ ਹੁਣੇ ਦੱਸ ਕੇ ਹਟਿਆ ਜੀ, ਮੈਨੂੰ ਤਾਂ ਮੁਕਾਬਲੇ 'ਚ ਗੁਰੂ ਦੀ ਕਿਰਪਾ ਨਾਲ, ਇਹਨੂੰ ਮੇਰਾ ਹੰਕਾਰ ਨਾ ਸਮਝਿਓ, ਕੋਈ ਵੀ ਨਹੀਂ ਨਜ਼ਰ ਆ ਰਿਹਾ। ਤੁਸੀਂ ਕਿਤੇ ਗੱਡੀ ਤੇ ਵੀ ਜਾਂਦੇ ਹੁੰਦੇ ਹੋ ਨਾ, ਜਦੋਂ ਤੁਸੀਂ ਰੇਅਰ ਵਿਊ ਮਿਰਰ 'ਚ ਵੇਖਦੇ ਹੋ, ਜੇ ਤਾਂ ਕੋਈ ਗੱਡੀ ਨੇੜੇ ਹੋਵੇ ਤੁਹਾਨੂੰ ਪਤਾ ਲੱਗ ਜਾਂਦਾ ਫੀਅਟ ਹੈ ਕਿ ਅੰਬੈਸਡਰ ਹੈ, ਤੇ ਜਦੋਂ ਸੜਕੀ ਮਗਰ ਖਾਲੀ ਦਿਸਦੀ ਹੋਵੇ, ਕੋਈ ਬਹੁਤ ਪਿੱਛੇ ਹੋਵੇ, ਤਾਂ ਕਿੱਥੋਂ ਅੰਦਾਜ਼ਾ ਲਾਉਂਗੇ ਕੌਣ ਹੈ, ਕਾਂਗਰਸ ਹੈ ਕਿ ਆਮ ਆਦਮੀ ਪਾਰਟੀ ਹੈ। ਦੂਜੇ ਤੀਜੇ ਸਥਾਨ ਵਾਸਤੇ ਲੜਨਗੇ। ਐਡੀ ਮਾੜੀ ਇਹਨਾਂ ਦੀ ਪੋਜੀਸ਼ਨ ਹੋਣ ਵਾਲੀ ਹੈ। ਲੋਕ ਬੜੇ ਦੁਖੀ ਹੈ। ਜਿਹੜੇ ਝਾੜੂ ਵਾਲੇ ਹੈ ਉਹਨਾਂ ਨੂੰ ਵੀ ਲੋਕ ਪਛਾਣ ਚੁੱਕੇ ਹੈ। ਉਹ ਗਿਰਗਿਟ ਨਾਲੋਂ ਵੀ ਤੇਜ਼ ਰੰਗ ਬਦਲਦਾ ਅਰਵਿੰਦ ਕੇਜਰੀਵਾਲ। ਪੰਜਾਬ 'ਚ ਆਉਂਦਾ ਕੁਝ ਹੋਰ ਬਿਆਨ ਹੈ, ਬਾਰਡਰ ਟੱਪਦਾ ਹਰਿਆਣੇ 'ਚ ਕੁਝ ਹੋਰ ਬਿਆਨ ਹੈ, ਦਿੱਲੀ ਜਾਂਦਾ ਕੁਝ ਹੋਰ ਬਿਆਨ ਹੈ। ਪੰਜਾਬ ਦੇ ਪਾਣੀਆਂ ਦੇ ਖਿਲਾਫ ਉਹਨੇ ਸੁਪਰੀਮ ਕੋਰਟ 'ਚ ਰਿਟ ਪਾਈ ਹੈ ਕਿ SYL ਬਣਨੀ ਚਾਹੀਦੀ ਹੈ। ਪੰਜਾਬ ਦੇ ਪਾਵਰ ਪਲਾਂਟ ਬੰਦ ਕਰਨ ਵਾਸਤੇ ਉਹਨੇ ਸੁਪਰੀਮ ਕੋਰਟ 'ਚ ਰਿਟ ਪਾਈ ਹੈ। ਪੰਜਾਬ ਦੇ ਜਿਹੜੇ ਪਰਾਲੀ ਜਲਦੀ ਹੈ ਉਹਨਾਂ ਦੇ ਕਿਸਾਨਾਂ ਤੇ ਪਰਚੇ ਕਰਨ ਵਾਸਤੇ ਉਹਨੇ ਸੁਪਰੀਮ ਕੋਰਟ 'ਚ ਰਿਟ ਪਾਈ ਹੈ। ਤੇ ਸਭ ਤੋਂ ਜਿਹੜੀ ਅੱਜ ਭਖਦਾ ਮਸਲਾ ਹੈ, ਸਾਡੇ ਸਤਿਕਾਰਯੋਗ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਹਨੂੰ 25 ਸਾਲ ਉਸ ਬੰਦੇ ਨੂੰ ਜੇਲ੍ਹ 'ਚ ਬੈਠਿਆਂ ਨੂੰ ਹੋ ਗਏ, ਸਜ਼ਾ ਪੂਰੀ ਹੋ ਗਈ, ਜਿਹਦੀ ਮਾਤਾ ਵਿਲਕਦੀ ਮਰ ਗਈ ਕਿ ਮੈਂ ਆਪਦੇ ਪੁੱਤ ਨੂੰ ਵੇਖਣਾ ਹੈ। ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਰਿਲੀਜ਼ ਵਾਸਤੇ 3 ਵਾਰ ਅਲਾਉ ਕੀਤਾ ਜਾਂਦਾ ਹੈ। ਕੇਂਦਰ ਦੀ ਸਰਕਾਰ ਉਹ ਰਿਲੀਜ਼ ਆਰਡਰ ਰეკਮੈਂਡ ਕਰਕੇ ਫਾਰਵਰਡ ਕਰ ਦਿੰਦੀ ਹੈ ਦਿੱਲੀ ਦੀ ਸਰਕਾਰ ਨੂੰ। 1 ਵਾਰ ਨਹੀਂ, 2 ਵਾਰ ਨਹੀਂ, 3 ਵਾਰ, 3 ਵਾਰ ਇਹਨਾਂ ਦਾ ਜੇਲ੍ਹ ਮਿਨਿਸਟਰ ਸਤਿੰਦਰ ਜੈਨ ਉਸ ਆਰਡਰ ਨੂੰ ਰਿਜੈਕਟ ਕਰਕੇ ਵਾਪਸ ਭੇਜਦਾ। ਇਹ ਐਂਟੀ ਸਿੱਖ, ਐਂਟੀ ਪੰਜਾਬ, ਐਂਟੀ ਪੰਥਕ, ਐਂਟੀ ਕਮਿਊਨਲ ਹਾਰਮਨੀ ਜਿਹੜੀ ਸੋਚ ਹੈ ਆਮ ਆਦਮੀ ਪਾਰਟੀ ਦੀ, ਉਹ ਦਰਸਾਉਂਦਾ। ਸਰ, ਤੁਹਾਡਾ ਕਹਿਣਾ ਸੀਗਾ ਕਿ ਫਰੀਦਕੋਟ ਲਈ ਇੱਕ ਵੱਖਰਾ ਚੋਣ ਮੈਨੀਫੈਸਟੋ ਤੁਸੀਂ ਜਾਰੀ ਕਰੋਗੇ, ਉਹਦੇ ਚ ਕਿਹੜੀਆਂ ਜਿਹੜੀਆਂ ਹੈਗੀਆਂ ਮੰਗਾਂ ਹੋਣਗੀਆਂ ਔਰ ਫਰੀਦਕੋਟ ਦੇ ਲੋਕਾਂ ਲਈ ਕੀ ਰਾਹ ਹੋਏਗੀ? ਮੈਨੂੰ ਤਿਆਰ ਕਰ ਲੈਣ ਦਿਓ। ਮੈਂ ਸਾਰਿਆਂ ਨਾਲ ਰਹਿ ਕਰ ਰਿਹਾ, ਸਾਡੀ ਪਾਰਟੀ ਦੀ ਲੀਡਰਸ਼ਿਪ ਨਾਲ, ਸ਼ਹਿਰ ਦੇ ਲੋਕਾਂ ਨਾਲ, ਪਿੰਡਾਂ ਦੇ ਲੋਕਾਂ ਨਾਲ, NGOs ਨਾਲ, ਜਿਹੜੇ ਵਿਦਵਾਨ ਹੈ ਉਹਨਾਂ ਦੇ ਨਾਲ। ਬਟ 4-5 ਚੀਜ਼ਾਂ ਅਸੀਂ ਫਾਈਨਲ ਕੀਤੀਆਂ। ਉਸ ਤੋਂ ਇਲਾਵਾ ਉਹ ਰਿਟਨ ਡਾਕੂਮੈਂਟ ਹੋਊਗਾ ਜੀ, ਮੈਂ ਉਹ ਜਿਹੜਾ ਜਾਰੀ ਕਰੂੰਗਾ ਉਹ ਇੱਕ ਰਿਟਨ ਡਾਕੂਮੈਂਟ ਹੋਊਗਾ ਤੇ ਇਹ ਵਾਅਦਾ ਲੋਕਾਂ ਨਾਲ ਕਰੂੰਗਾ ਕਿ ਇਹਦੇ ਵਿੱਚ ਜੇ ਸਰਕਾਰ ਬਣਦੀ ਹੈ ਸਾਡੀ, ਇਹਨਾਂ 'ਚੋਂ ਕੋਈ ਜੇ ਮੈਂ ਉਹ ਮੈਨੀਫੈਸਟੋ ਨੂੰ ਲਾਗੂ ਨਾ ਕਰ ਸਕਿਆ, ਮੈਂ ਅਗਲੀ ਵਾਰੀ ਚੋਣ ਨਹੀਂ ਲੜੂੰਗਾ। ਉਹਦੇ 'ਚ ਜਿਹੜੇ 5 ਵੱਡੇ ਹਜੇ ਤੱਕ ਅਸੀਂ ਪੁਆਇੰਟ ਫਾਈਨਲ ਕੀਤੇ ਆ। ਮੈਂ ਲੋਕਾਂ ਨੂੰ ਵੀ ਕਹਿਣਾ, ਜੇ ਕੋਈ ਸੁਝਾਅ ਦੇਣਾ ਚਾਹੁੰਦਾ, ਆਮ ਪਬਲਿਕ ਤਾਈਂ ਮੇਰਾ ਇਹ ਮੈਸੇਜ ਜਾਵੇ, ਆਲ ਦ ਸੁਜੈਸ਼ਨਸ ਆਰ ਵੈਰੀ ਵੈਲਕਮ। ਜਿਹਦੇ 'ਚ ਸਭ ਤੋਂ ਪਹਿਲਾ ਪੁਆਇੰਟ, ਜਿਹੜੀ ਸ਼ੂਗਰ ਮਿਲ ਬੰਦ ਕੀਤੀ ਹੈ, ਸ਼ੂਗਰ ਮਿਲ ਨੂੰ ਚਾਲੂ ਕਰਾਂਗੇ। ਉਹਦੇ ਨਾਲ ਜਿੱਥੇ ਕਿਸਾਨੀ ਨੂੰ ਬੜਾ ਵੱਡਾ, ਸਾਡੇ ਇਲਾਕੇ ਦੀ ਕਿਸਾਨੀ ਨੂੰ ਲਾਭ ਹੋਏਗਾ, ਉੱਥੇ ਨੌਜਵਾਨਾਂ ਨੂੰ ਨੌਕਰੀ ਮਿਲੇਗੀ। ਇੱਕ ਪਰਾਲੀ ਵਾਲੀ ਬਾਇਓਮਾਸ ਪਲਾਂਟ ਉਹਨੂੰ ਚਾਲੂ ਕਰਾਂਗੇ, ਉਹਦੇ ਨਾਲ ਵੀ ਕਿਸਾਨੀ ਨੂੰ ਲਾਭ ਹੋਏਗਾ ਤੇ ਨੌਕਰੀਆਂ ਮਿਲਣਗੀਆਂ। ਇੱਕ ਚੀਜ਼ ਸਮਝਣ ਦੀ ਲੋੜ ਹੈ, ਫਰੀਦਕੋਟ ਕੋਈ ਪੰਜਾਬ ਕਿਸੇ ਬੰਦਰਗਾਹ ਤੇ ਨਹੀਂ ਅਸੀਂ ਬੈਠੇ, ਅਸੀਂ ਇੰਟਰਨੈਸ਼ਨਲ ਬਾਰਡਰ ਤੇ ਬੈਠੇ ਹਾਂ, ਉਸ ਮੁਲਕ ਦੇ ਬਾਰਡਰ ਤੇ ਜਿਸ ਮੁਲਕ ਨਾਲ ਸਾਡੇ ਹਾਲਾਤ ਸੁਖਾਵੇਂ ਨਹੀਂ ਹੈ। ਉੱਥੇ ਕੋਈ ਸਟੀਲ ਮਿਲ ਜਾਂ ਕੋਈ ਡਿਫੈਂਸ ਇੰਡਸਟਰੀ ਨਹੀਂ ਆਉਣੀ। ਇੱਥੇ ਜੇ ਨੌਕਰੀਆਂ ਦੇਣੀਆਂ ਤਾਂ ਐਗਰੀਕਲਚਰ ਰਿਲੇਟਡ ਇੰਡਸਟਰੀ ਤੁਹਾਨੂੰ ਇਸ ਇਲਾਕੇ 'ਚ ਲਿਆਉਣੀ ਪੈਣੀ ਹੈ। ਇਹ 2 ਚੀਜ਼ਾਂ ਮੈਂ ਤਾਂ ਕਹੀਆਂ। ਤੀਸਰੀ ਚੀਜ਼, ਅਠਾੜ ਦੇ ਇਲਾਕੇ 'ਚ ਸਾਡੇ ਪਿੰਡਾਂ 'ਚ ਜਿੰਨੀਆਂ ਕੱਸੀਆਂ ਬਣੀਆਂ, ਮੈਟਰ ਆਫ ਰਿਕਾਰਡ ਹੈ, ਬਾਦਲ ਸਾਹਿਬ ਨੇ ਬਣਾ ਕੇ ਦਿੱਤੀਆਂ। ਉਹ ਕੱਸੀਆਂ ਹੁਣ ਸਮਾਂ ਬਦਲਣ ਨਾਲ, ਕਿਉਂਕਿ ਝੋਨਾ ਵੱਧ ਲੱਗਣ ਲੱਗ ਗਿਆ, ਪਾਣੀ ਦੀ ਕਿੱਲਤ ਆਉਣ ਲੱਗ ਗਈ ਟੇਲਾਂ ਤੇ, ਸਾਰੀਆਂ ਕੱਸੀਆਂ ਦੀ ਰੇਜ਼ਿੰਗ ਕਰਾ ਕੇ ਪਾਣੀ ਦੀ ਕਪੈਸਿਟੀ ਵਧਾਵਾਂਗੇ। ਚੌਥੀ ਚੀਜ਼, ਸਾਡੇ ਇੱਥੇ ਮੈਡੀਕਲ ਕਾਲਜ ਹੈ। ਇਹ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਉਹਦੇ ਹਾਲਾਤ ਜੋ ਹੈ ਉਹ ਸਭ ਜਾਣਦੇ ਆ। ਸਾਡੇ MLA ਸਾਹਿਬ ਦੀ ਸਟੇਟਮੈਂਟ 6 ਮਹੀਨੇ ਪਹਿਲਾਂ, ਸਾਲ ਪਹਿਲਾਂ ਆਈ ਸੀ ਕਿ ਮੈਡੀਕਲ ਕਾਲਜ ਸਾਡਾ ਬੁੱਚੜਖਾਨਾ ਬਣ ਕੇ ਰਹਿ ਗਿਆ ਤੇ ਇੱਥੇ ਕੋਈ ਇਲਾਜ ਕਰਾਉਣ ਨੂੰ ਜਾਣ ਨੂੰ ਤਿਆਰ ਨਹੀਂ, ਕਿਉਂਕਿ ਉਹ ਬਚ ਕੇ ਕੋਈ ਨਹੀਂ ਆਉਂਦਾ। ਉਹਨਾਂ ਨੂੰ ਇਹ ਗੱਲ ਕਹਿੰਦਿਆਂ ਨੂੰ ਸ਼ਰਮ ਨਾ ਆਈ, ਕਿਉਂਕਿ ਸਰਕਾਰ ਉਹਨਾਂ ਦੀ ਸੀ
ਤੇ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣਦੀ ਹੈ ਸੁਚੱਜੇ ਪ੍ਰਬੰਧ ਦੇਣਾ। ਮੈਡੀਕਲ ਕਾਲਜ ਦਾ ਪ੍ਰਬੰਧ ਠੀਕ ਕਰਨਾ, ਚੰਗੇ ਡਾਕਟਰ ਲਿਆਉਣੇ, ਚੰਗਾ ਇਲਾਜ ਦੇਣਾ, ਸੁਚੱਜੇ ਮਸ਼ੀਨਰੀ ਲੇਟੈਸਟ ਲਿਆ ਕੇ ਉਹਦਾ ਜਿਹੜਾ ਲੈਵਲ ਹੈ PGI ਲੈਵਲ ਤੱਕ ਲੈ ਕੇ ਜਾਵਾਂਗੇ। ਕਿਸੇ ਵੀ ਫਰੀਦਕੋਟ ਇਲਾਕੇ ਦੇ ਬੰਦੇ ਨੂੰ ਫਰੀਦਕੋਟ ਤੋਂ ਬਾਹਰ ਇਲਾਜ ਕਰਾਉਣ ਵਾਸਤੇ ਨਹੀਂ ਜਾਣਾ ਪਊਗਾ, ਕਿਉਂਕਿ ਬਾਹਰ ਜਾਂਦੇ ਆ ਖੱਜਲ ਖੁਆਰੀ ਵੱਖਰੀ ਹੁੰਦੀ ਹੈ, ਪੈਸਾ ਵੱਖਰਾ ਲੱਗਦਾ ਪ੍ਰਾਈਵੇਟ ਹਸਪੀਟਲਸ। ਇੱਕ ਠਾੜ ਦੇ ਇਲਾਕੇ 'ਚ ਲੜਕੀਆਂ ਦੇ ਕਾਲਜ ਦੀ ਬੜੀ ਮੰਗ ਹੈ, ਲੜਕੀਆਂ ਦਾ ਕਾਲਜ ਚਲਾ ਕੇ ਦੇਵਾਂਗੇ। ਇਹ 5 ਪੁਆਇੰਟ ਹਜੇ ਤੱਕ ਅਸੀਂ ਫਾਈਨਲ ਕੀਤੇ ਆ। ਇਸ ਤੋਂ ਇਲਾਵਾ ਜਿਹੜੇ ਰੂਟੀਨ ਦੇ ਡਿਵੈਲਪਮੈਂਟ ਦੇ ਕੰਮ ਹੈ ਹਲਕੇ 'ਚ, ਉਹਨਾਂ 'ਚ ਤੇਜ਼ੀ ਲਿਆਂਦੀ ਜਾਊਗੀ। ਜਿਹੜਾ ਸੀਵਰੇਜ ਦਾ ਨਾਸ ਮਾਰਤਾ ਇਹਨਾਂ ਨੇ, ਤੁਸੀਂ ਇਹ ਵੇਖੋ, ਇੱਕੋ ਟੈਂਡਰ ਸੀ L&T ਕੰਪਨੀ ਨੂੰ ਦਿੱਤਾ ਸੀ, ਵਰਲਡ ਦੀ ਨੰਬਰ 1 ਕੰਸਟਰਕਸ਼ਨ ਕੰਪਨੀ ਹੈ। ਉਸ ਕੰਪਨੀ ਨੇ ਇਹਨੂੰ ਪਾਉਣਾ ਸੀ, ਸਾਰਾ ਸਿਸਟਮ ਸੈੱਟ ਕਰਕੇ ਦੇਣਾ ਸੀ, ਟਾਈਲਾਂ, ਲਾਈਟਾਂ, ਐਵਰੀਥਿੰਗ, ਤੇ 10 ਸਾਲ ਦੀ ਮੇਨਟੇਨੈਂਸ ਸੀ। ਅੱਜ ਹਾਲਾਤ ਕੀ ਹੈ, ਉਹ ਟੈਂਡਰ ਦੇ ਕੇਵਲ ਤੇ ਕੇਵਲ, ਕਿਉਂਕਿ ਐਡੀਆਂ ਵੱਡੀਆਂ ਕੰਪਨੀਆਂ ਕਮਿਸ਼ਨ ਨਹੀਂ ਦਿੰਦੀਆਂ, ਕੇਵਲ ਤੇ ਕੇਵਲ ਪੈਸੇ ਖਾਣ ਵਾਸਤੇ ਟੈਂਡਰ ਦੇ ਟੋਟੇ ਕਰਕੇ ਸਿਰਫ ਟਾਈਲਾਂ ਦਾ ਕੰਮ ਆਪ ਲੈਣਾ ਸੀ, ਟਾਈਲਾਂ ਤੇ ਰੇਤੇ ਦਾ, ਕਿਉਂਕਿ ਟਾਈਲਾਂ ਦੀ ਫੈਕਟਰੀ ਹੈ, ਹਰ ਬੰਦਾ ਜਾਣਦਾ ਇਹਨਾਂ ਦੀਆਂ ਟਾਈਲਾਂ ਦੀਆਂ ਫੈਕਟਰੀਆਂ। ਅੱਜ ਹਾਲਾਤ ਸੀਵਰ ਦੇ ਕੀ ਹੈ ਤੁਸੀਂ ਦੇਖ ਰਹੇ ਹੋ, ਸਾਰਾ ਸ਼ਹਿਰ ਸਾਡਾ ਪੱਟਿਆ ਪਿਆ, ਗੱਚ ਵੱਜਿਆ ਪਿਆ। 700 ਕਰੋੜ ਜਿਹੜਾ ਹੈ ਉਹ ਸੀਵਰ 'ਚ ਵੜ ਗਿਆ ਮੈਨੂੰ ਲੱਗਦਾ, ਜਾਂ MLA ਦੀਆਂ ਜੇਬਾਂ 'ਚ ਵੜ ਗਿਆ, ਹੋਰ ਤਾਂ ਕਿਤੇ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ। ਜਿਹੜਾ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਅੱਜ ਲੋਕ ਦੱਸ ਰਹੇ ਆ। ਸੋ ਉਸ ਸੀਵਰੇਜ ਦੇ ਪ੍ਰੋਜੈਕਟ ਨੂੰ ਪਹਿਲੇ 6 ਮਹੀਨਿਆਂ ਦੇ ਵਿੱਚ ਕੰਪਲੀਟ ਕਰਨਾ ਤੇ ਸ਼ਹਿਰ ਨੂੰ ਦੁਬਾਰਾ ਸਾਫ਼ ਸੁਥਰਾ, ਕਲੀਨ ਐਂਡ ਗ੍ਰੀਨ ਫਰੀਦਕੋਟ, ਸਭ ਤੋਂ ਜੇ ਮੈਂ ਕਹਾਂ ਪੰਜਾਬ 'ਚ ਸਭ ਤੋਂ ਸੁੰਦਰ ਸ਼ਹਿਰ ਬਣਾ ਕੇ ਦੇਵਾਂਗੇ ਫਰੀਦਕੋਟ ਨੂੰ। ਪਹਿਲੇ 6 ਮਹੀਨਿਆਂ 'ਚ ਪ੍ਰੋਜੈਕਟਸ ਕੰਪਲੀਟ ਕਰਾਂਗੇ। ਇਹ ਸਾਰੇ ਕੰਮ ਚੱਲਣੇ ਹੈ। ਇਹਨਾਂ ਤੋਂ ਇਲਾਵਾ ਜਿਹੜੇ ਮੈਂ ਇਹ 5 ਪੁਆਇੰਟ ਤੁਹਾਨੂੰ ਦੱਸਿਆ, ਰੂਟੀਨ 'ਚ ਡਿਵੈਲਪਮੈਂਟ, ਗਲੀਆਂ ਨਾਲੀਆਂ, ਪਿੰਡਾਂ ਦੀ ਨਿਕਾਸੀ, ਖਾਲੇ, ਜੋ ਵੀ ਮਤਲਬ ਕੰਮ ਹੈ ਉਹ ਇਸ ਤੋਂ ਇਲਾਵਾ ਹੈ। ਸਰਕਾਰ ਦੀਆਂ ਸਕੀਮਾਂ ਇਸ ਤੋਂ ਇਲਾਵਾ ਹੈ। ਬਿਕਨ ਸਿੰਘ ਮਜੀਠੀਆ ਦੀ ਕੱਲ੍ਹ ਜ਼ਮਾਨਤ ਅਰਜ਼ੀ ਜਿਹੜੀ ਰੱਦ ਕਰ ਦਿੱਤੀ ਗਈ ਹੈ, ਉਸ ਨੂੰ ਲੈ ਕੇ ਕੀ ਕਹੋ? ਸਾਡਾ ਜੁਡੀਸ਼ਰੀ ਤੇ ਬੜਾ ਭਰੋਸਾ ਹੈ ਜੀ, ਉਹਨਾਂ ਕੋਲੇ ਲੀਗਲ ਆਪਸ਼ਨਸ ਜੋ ਵੀ ਅਵੇਲੇਬਲ ਹੈ, ਸਾਰੀਆਂ ਲੀਗਲ ਆਪਸ਼ਨਸ ਐਕਸਰਸਾਈਜ਼ ਕਰਾਂਗੇ। ਪਰਮਾਤਮਾ ਤੇ ਜੁਡੀਸ਼ਰੀ ਤੇ ਬਹੁਤ ਭਰੋਸਾ ਹੈ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਬੜੇ ਤਿੱਖੇ ਤੇਵਰ ਬਣਾ ਰਹੇ ਨੇ, ਲਗਾਤਾਰ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਨੂੰ ਘੇਰ ਰਹੇ। ਨਹੀਂ, ਉਹ ਚੰਨੀ ਨੂੰ ਵੀ ਘੇਰ ਰਿਹਾ। ਫਿਰ ਉਹ ਹੈ ਜੇ ਬੰਦੇ ਦਾ ਜਿਹੜਾ ਮਿਜ਼ਾਈਲ ਮਿਸਗਾਈਡਡ ਅਨਗਾਈਡਡ ਮਿਜ਼ਾਈਲ ਹੈ, ਉਹਦੇ ਬਾਰੇ ਕੀ ਟਿੱਪਣੀ ਕਰਨੀ ਜੀ। ਅੱਜ ਲੋਕ ਵੀ ਉਹਦੀ ਗੱਲ ਨਹੀਂ ਕਰ ਰਹੇ। ਸਰ ਸਾਹਿਬ, ਆਪਾਂ ਫਰੀਦਕੋਟ ਹਲਕੇ ਦੀ ਗੱਲ ਕਰੀਏ ਤਾਂ BJP ਤੁਹਾਡੇ ਨਾਲ ਵੱਖ ਹੋ ਚੁੱਕੀ ਹੈ। ਕੋਟਕਪੂਰਾ ਅਤੇ ਜੈਤੋ ਦੀ ਗੱਲ ਕਰੀਏ ਤਾਂ ਉੱਥੇ ਕਿਤੇ ਨਾ ਕਿਤੇ ਬੇਅਦਬੀ ਫੈਕਟਰ ਅਜੇ ਹੈਗਾ। ਇਹਨਾਂ ਵਿੱਚ ਪਾਰਟੀ ਇਹ ਜਗ੍ਹਾ ਉੱਪਰ ਸਰਵਾਈਵ ਪੂਰਾ ਕਰ ਪਾਏਗੀ? ਹਨੇਰੀ ਵਗ ਰਹੀ ਹੈ ਜੀ। ਅੱਜ ਫੈਕਟਰ ਲੋਕਾਂ ਦੇ ਵਿੱਚ ਸਿਰਫ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਦੁਆਰਾ ਬਣਾਈਏ, ਬਾਕੀ ਸਾਰੇ ਫੈਕਟਰਸ ਲੋਕ ਛੱਡ ਕੇ ਇਹ ਪੰਥ ਦੀ ਸਰਕਾਰ ਦੁਬਾਰਾ ਬਣਾਉਣੀ ਚਾਹੁੰਦੇ।